गोबिंद गोपाल गुर गुरपूरन नारायण है गुरदयाल समरथ गुर गुरु नानक पतत उदाहरण है। तिलक जंजू राखा प्रभु ताका कीनो बड़ो कलू मह साका साधन हेतु इति जिन करी शीस दिया पर सीना उचरी ठीकर फोर दलीस सिर प्रभपुर किया पयान तेग बहादुर सी किरिया करी न किन्हू आन। चवर छतर तखत दे मालक साहिब श्री गुरु ग्रंथ साहिब जी तिन्हां दी पाक हजूरी विच सुभाएमान गुरु स्वरूप गुरु प्यारी खालसा साध संगत दी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु हरकृष्ण साहिब सच्चे पातशाह जी दे पवित्र स्थान गुरुद्वारा श्री बंगला साहिब विखे आप सरबत संगतां हाजरीन हो। बड़े प्रेम सहित सहजता दे नाल सिंह साहिब ज्ञानी रणजीत सिंह हुणा आप संगत नूं तुरकी बाणी दा फरमान सरवण करवाया है। श्री गुरु तेग बहादुर साहिब जी दे 400 साला प्रकाश दिहाड़े नूं समर्पित जो 1 मई नूं 2021 विच आ रहा है। पातशाह दी पवित्र बाणी दी विचार दा उपराला दिल्ली सिख गुरुद्वारा प्रबंधक कमेटी वालों धर्म प्रचार कमेटी वालों किया गया है। आओ इस वैरागमई कथा विचार दे नाल जुड़ के अपने समय नूं जीवन नूं सफला करन दा यतन करिए। सतनाम श्री वाहिगुरू साहिब जी। करनो होतो सो ना कियो परयो लोभ कै फंद नानक समयो रम गयो अब क्यों रोवत अंध। श्री गुरु तेग बहादुर साहिब अपने इस श्लोक दे विच वैराग दा उपदेश बख्शदे ने। कहंदे माया दे मोह विच अन्ने होए इंसान ने
ਜੋ ਅਸਲ ਦੇ ਵਿੱਚ ਕਰਨਾ ਸੀ ਪਰਮਾਤਮਾ ਦੀ ਇਬਾਦਤ ਬੰਦਗੀ, ਉਹ ਕੀਤਾ ਨਾ। ਮੋਹ ਮਾਇਆ ਦੇ ਫੰਦ ਵਿੱਚ ਸਾਰੀ ਉਮਰ ਲਈ ਜਕੜਿਆ ਰਿਹਾ, ਫਾਹੀ ਦੇ ਵਿੱਚ ਫਸਿਆ ਰਿਹਾ। ਜਿਹੜੇ ਕਰਮ ਕਰਨੇ ਚਾਹੀਦੇ ਸਨ ਜੀਵਨ ਨੂੰ ਸਫਲਾ ਕਰਨ ਦੇ ਲਈ, ਉਹ ਮਹਾਰਾਜ ਕਹਿੰਦੇ ਕਰਮ ਧਰਮ ਇਸੇ ਕੀਤੇ ਨਹੀਂ। ਹੁਤੋ ਦਾ ਭਾਵ ਹੈ ਜੋ ਕਰਨਾ ਚਾਹੀਦਾ ਸੀ, ਜਿਹੜੇ ਕਦਮ ਪੁੱਟਣੇ ਚਾਹੀਦੇ ਸਨ ਉਹ ਪੁੱਟ ਨਾ ਸਕਿਆ। ਲੋਭ ਦੇ ਫੰਦੇ ਵਿੱਚ ਫਸਿਆ ਰਿਹਾ। ਲੋਭ ਦਾ ਭਾਵ ਹੈ ਦੂਸਰੇ ਦਾ ਪਦਾਰਥ ਲੈਣ ਦੀ ਇੱਛਾ। ਜੋ ਆਪਣੀ ਪ੍ਰਾਲਬਧ ਨਾਲ ਮਿਲਿਆ ਹੈ, ਕਮਾਈ ਨਾਲ ਮਿਲਿਆ ਹੈ, ਉਹ ਤੇ ਠੀਕ ਹੈ, ਪਰ ਸਭ ਕੁਝ ਮੇਰੇ ਕੋਲ ਹੋਵੇ, ਮੁਰਦਾਰ ਖਾਣ ਦੀ ਇੱਛਾ, ਦੂਜਿਆਂ ਦਾ ਹੱਕ ਮਾਰਨ ਦੀ ਇੱਛਾ, ਇਹਨੂੰ ਹਿਰਸ ਕਹਿੰਦੇ ਨੇ, ਲੋਭ ਕਹਿੰਦੇ ਨੇ, ਲਾਲਚ ਕਹਿੰਦੇ ਨੇ। ਲੋਭ ਦੇ ਫੰਦ ਵਿੱਚ ਭਾਵ ਬੰਧਨ ਵਿੱਚ, ਫਾਹੀ ਵਿੱਚ ਇਹ ਸਾਰਾ ਜੀਵਨ ਫਸਿਆ ਰਿਹਾ। ਜਿਵੇਂ ਕੋਈ ਪੰਛੀ ਨੂੰ ਫਸਾਉਣ ਦੇ ਲਈ ਚੋਗਾ ਖਿਲਾਰਦਾ ਹੈ ਨਾ, ਇਉਂ ਮਾਇਆ ਦੇ ਖਿਲਰੇ ਹੋਏ ਚੋਗ ਵਿੱਚ ਇਹ ਫਸ ਗਿਆ। ਬਾਣੀ ਦਾ ਫਰਮਾਨ ਹੈ, ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਬਿਸਰੇ, ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਮ ਫੰਦ ਭਰੇ। ਗੁਰੂ ਪਾਤਸ਼ਾਹ ਦੀ ਬਾਣੀ ਇਹ ਗੱਲ ਕਹਿੰਦੀ ਹੈ ਵੀ ਇੱਥੇ ਵਿਸ਼ਿਆਂ ਦਾ ਜ਼ਹਿਰ ਖਿਲ ਰਿਹਾ ਹੋਇਆ ਸੀ, ਚੋਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚੋਗ ਨੂੰ ਚੁਗਦਾ ਚੁਗਦਾ ਇਹ ਫਸ ਗਿਆ। ਨਾਮ ਰਸ ਰੂਪੀ ਚੋਗ ਇਹ ਤੋਂ ਚੱਖਿਆ ਹੀ ਨਾ ਗਿਆ। ਹੁਣ ਅੰਤਸ਼ਕਰਨ ਰੂਪੀ ਖਜ਼ਾਨੇ ਵਿਕਾਰਾਂ ਨਾਲ ਭਰ ਗਏ, ਕਾਮ ਕ੍ਰੋਧ ਲੋਭ ਰੂਪੀ ਚੋਗ ਨਾਲ ਭਰ ਗਏ। ਰੱਬ ਦੇ ਨਾਮ ਲਈ ਤੇ ਜਗ੍ਹਾ ਹੀ ਕਿਤੇ ਹੈ ਨਹੀਂ। ਖੁੰਝ ਗਿਆ। ਮਹਾਰਾਜ ਕਹਿੰਦੇ ਜੀਵਨ ਦੀ ਜੁਗਤੀ ਨੂੰ ਸਮਝ ਨਾ ਸਕਿਆ। ਨਾਮ ਰਸ ਇਕੱਠਾ ਕਰਨਾ ਸੀ, ਵਿਕਾਰਾਂ ਨੂੰ ਇਕੱਠਾ ਕਰਦਾ ਰਿਹਾ। ਜਲਤ ਜਾਲ ਜਮ ਫੰਦ ਭਰੇ। ਹੁਣ ਚੋਗਾ ਤੇ ਖਿਲਾਰਿਆ ਹੀ ਇਸ ਲਈ ਹੁੰਦਾ ਵੀ ਪੰਛੀ ਜਾਲ ਵਿੱਚ ਫਸੇ। ਕਹਿੰਦੇ ਮਾਇਆ ਦੇ ਚੋਗ ਨੂੰ ਚੁਗਦਾ ਚੁਗਦਾ ਜਮਾਂ ਦੇ ਫਾਹੇ ਰੂਪੀ ਜਾਲ ਵਿੱਚ ਫਸ ਗਿਆ। ਇਹ ਜੰਮਣ ਤੇ ਮਰਨ ਇਹਦੇ ਗਲ ਮਹਾਰਾਜ ਕਹਿੰਦੇ ਪੈ ਗਿਆ। ਹੀ ਇਜ਼ ਕੌਟ ਬਾਏ ਦਾ ਨੂਜ਼ ਆਫ ਡੈਥ। ਮੌਤ ਦੇ ਜਾਲ ਵਿੱਚ ਇਹ ਫਸਿਆ ਹੈ। ਕਹਿੰਦੇ ਊਂਦੋ ਕਵਲ ਮਨ ਮੁਖ ਮਤ ਹੋਸ਼ੀ, ਮਨ ਅੰਧੈ ਸਿਰ ਧੰਦਾ, ਕਾਲ ਬੇਕਾਲ ਸਦਾ ਸਿਰ ਤੋਰੈ, ਬਿਨ ਨਾਵੈ ਗਲ ਫੰਦਾ। ਊਦੋ ਕਵਲ ਦਾ ਭਾਵ ਹੈ ਕਮਲ ਰੂਪੀ ਹਿਰਦਾ ਤੂੰ ਪਰਮਾਤਮਾ ਵੱਲੋਂ ਮੂਧਾ ਕਰ ਲਿਆ, ਭਾਵ ਸੰਸਾਰ ਨਾਲ ਹਿਰਦਾ ਜੋੜ ਲਿਆ, ਨਿਰੰਕਾਰ ਵੱਲ ਪਿੱਠ ਕਰ ਲਈ। ਇਹ ਹੋਸ਼ੀ ਮੱਤ ਹੈ, ਮਨਮੁਖਾਂ ਵਾਲੀ ਮੱਤ ਹੈ। ਜਿਸ ਨਿਰੰਕਾਰ ਨੇ ਸੰਸਾਰ ਦਿੱਤਾ ਸੀ ਤੈਨੂੰ, ਉਹਨੂੰ ਛੱਡ ਦਿੱਤਾ। ਇਉਂ ਧੰਦਿਆਂ ਦੇ ਵਿੱਚ ਪਿਆ ਰਿਹਾ। ਕਹਿੰਦੇ ਇਹ ਸੰਸਾਰ ਦੇ ਮੋਹ ਨੇ ਕਾਲ ਵਿਕਾਲ ਸਦਾ ਸਿਰ ਤੇਰਾ। ਤੇਰੇ ਸਿਰ ਕਾਲ ਤੋਂ ਭਾਵ ਮਰਨਾ, ਮੌਤ ਖੜੀ ਕੀਤੀ ਹੈ। ਵਿਕਾਲ ਦਾ ਭਾਵ ਹੈ ਜਨਮ, ਮੌਤ ਤੋਂ ਬਾਅਦ ਫਿਰ ਜਨਮ। ਕਹਿੰਦੇ ਇਹ ਜੰਮਣ ਤੇ ਮਰਨ ਤੇਰੇ ਸਿਰ ਖੜਾ ਕਰ ਦਿੱਤਾ। ਇਉਂ ਪਾਤਸ਼ਾਹ ਕਹਿੰਦੇ ਨੇ ਮੋਹ ਮਾਇਆ ਦੇ ਫੰਦੇ ਵਿੱਚ ਫਸਿਆ ਹੋਇਆ ਜੰਮਣ ਮਰਨ ਵਿੱਚ ਪੈ ਜਾਂਦਾ ਹੈ।
ਸੰਸਾਰ ਦੇ ਚੋਗ ਚੁਗਦਾ ਚੁਗਦਾ ਸੰਸਾਰ ਜੋਗਾ ਹੀ ਰਹਿ ਜਾਂਦਾ ਹੈ, ਨਿਰੰਕਾਰ ਤਾਈਂ ਇਹਦੀ ਪਹੁੰਚ ਨਹੀਂ ਬਣਦੀ। ਕਰਨਾ ਕੀ ਚਾਹੀਦਾ ਸੀ? ਕਵਲ ਰੂਪੀ ਹਿਰਦੇ ਨੂੰ ਸੰਸਾਰ ਵੱਲੋਂ ਜੁਦਾ ਕਰਕੇ ਨਿਰੰਕਾਰ ਨਾਲ ਜੁੜਨਾ ਸੀ। ਪਰਸ਼ੀਅਨ ਦੇ ਮਹਾਨ ਵਿਦਵਾਨ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੇ ਭੌਰੇ ਕਹਿੰਦੇ, ਜਿੰਨਾ ਚਿਰ ਸੰਸਾਰ ਦਾ ਮੋਹ ਨਹੀਂ ਛੱਡੇਗਾ, ਨਿਰੰਕਾਰ ਦੇ ਮੋਹ ਵਿੱਚ ਨਹੀਂ ਪਵੇਂਗਾ, ਨਜ਼ਾਤ ਮਿਲ ਨਹੀਂ ਸਕਦੀ। ਉਹਨਾਂ ਦੀ ਗਜ਼ਲ ਹੈ ਫਾਰਸੀ ਦੀ, ਤਮਾਮ ਦੌਲਤ ਗੇਤੀ ਫਿਦਾਏ ਖਾ ਕੇ ਦਰਸ਼ ਕੀਤਾ, ਫਿਦਾਸ਼ ਨਾ ਗਰਦਦ ਕਸੇ ਬਜਾ ਨਾ ਰਸਦ। ਉਹ ਮਹਾਂਪੁਰਸ਼ ਕਹਿੰਦਾ ਹੈ, ਤਮਾਮ ਸਾਰੇ ਦੀ ਸਾਰੀ ਸੰਸਾਰ ਦੀ ਦੌਲਤ, ਸੰਸਾਰ ਦੇ ਪਦਾਰਥ, ਜਿੰਨਾ ਚਿਰ ਅਕਾਲ ਪੁਰਖ ਦੇ ਨਾਮ ਤੋਂ ਸਦਕੇ ਨਾ ਕਰ ਦਈਏ, ਉਹਦੇ ਦਰ ਦੀ ਖਾਕ ਤੋਂ ਵਾਰ ਨਾ ਦਈਏ। ਫਿਦਾਸ਼ ਦਾ ਮਤਲਬ ਹੈ ਕੁਰਬਾਨ ਕਰ ਦੇਣਾ। ਉਹਨਾਂ ਚਿਰ ਭਾਈ ਨੰਦ ਲਾਲ ਜੀ ਕਹਿੰਦੇ ਨੇ, ਕੋਈ ਵੀ ਇਨਸਾਨ ਟਿਕਾਣੇ ਨਹੀਂ ਪਹੁੰਚ ਸਕਦਾ। ਦੇਖੋ, ਕੱਚ ਛੱਡ ਕੇ ਹੀ ਹੀਰਾ ਫੜਿਆ ਜਾ ਸਕਦਾ ਹੈ। ਹਸਤ ਇੱਕੋ ਹੀ ਹੈ, ਕੀ ਕੁਝ ਫੜ ਲਓਗੇ। ਜਿੰਨਾ ਚਿਰ ਮਨ ਰੂਪੀ ਖਜ਼ਾਨੇ ਦੇ ਵਿੱਚ ਸੰਸਾਰ ਦੇ ਵਿਕਾਰਾਂ ਦੀ ਬਹੁਤਾਤ ਹੈ, ਮਨ ਦਾ ਖਜ਼ਾਨਾ ਵਿਕਾਰਾਂ ਨਾਲ ਭਰਿਆ ਹੈ, ਰੱਬ ਕਿੱਥੇ ਟਿਕੇਗਾ। ਸੰਸਾਰ ਦਾ ਮੋਹ ਛੱਡ ਕੇ ਹੀ ਨਿਰੰਕਾਰ ਦਾ ਮੋਹ ਪ੍ਰਗਟ ਹੁੰਦਾ ਹੈ। ਕਬੀਰ ਜੀ ਕਹਿੰਦੇ, ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤ ਨਿਹਚੋ ਮਰਣਾ, ਰਮਈਆ ਜਪੋ ਪ੍ਰਾਣੀ, ਅਨੰਤ ਜੀਵਨ ਬਾਣੀ, ਇਨ ਬਿਦ ਭਵ ਸਾਗਰ ਤਰਣਾ। ਕਹਿੰਦੇ ਦੇਖੋ, ਵਿਖਿਆ ਰਸ ਛੱਡ ਦਿਓ, ਸੰਸਾਰ ਦਾ ਰਸ ਛੱਡ ਦਿਓ, ਨਾ ਛੱਡਿਆ ਨਿਹਚੋ ਮਰਨਾ, ਇੱਥੇ ਮਰਨਾ ਹੋਵੇਗਾ। ਜਿੱਥੇ ਮੋਹ ਪਾਇਆ ਉੱਥੇ ਹੀ ਫਿਰ ਜੀਵਨ ਮਿਲ ਜਾਵੇਗਾ, ਸੰਸਾਰ ਜੋਗੇ ਰਹਿ ਜਾਵਾਂਗੇ। ਰਮਈਆ ਨੂੰ ਜਪੋ, ਰਮੇ ਹੋਏ ਪਰਮੇਸ਼ਵਰ ਨੂੰ ਜਪੋ, ਸਤਪੁਰਸ਼ਾਂ ਦੀ ਬਾਣੀ ਰਾਹੀਂ ਉਸ ਨੂੰ ਗਾਉਣਾ ਕਰੋ, ਫਿਰ ਕਹਿੰਦੇ ਭਵ ਸਾਗਰ ਤੋਂ ਤਰਨਾ ਹੋਵੇਗਾ। ਸੋ ਗੁਰੂ ਦੀ ਸ਼ਰਨ ਲੈਣੀ ਹੈ। ਇਹ ਜਿੰਨੇ ਵੀ ਮੋਹ ਮਾਇਆ ਦੇ ਬੰਧਨ ਨੇ, ਕਰਨਾ ਕੀ ਹੈ? ਇਹਨਾਂ ਵੱਲੋਂ ਕਿਨਾਰਾ ਕਰਕੇ ਗੁਰੂ ਦੇ ਦਰ ਤੇ ਆਉਣਾ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਲੋਭ ਦੇ ਫੰਦੇ ਤੇ ਕੱਟੇਗਾ, ਜੰਮਣ ਮਰਨ ਦੇ ਫੰਦੇ ਵੀ ਗੁਰੂ ਕੱਟ ਦਿੰਦਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕਰਨਾ ਤੇ ਇਹ ਚਾਹੀਦਾ ਸੀ, ਨਿਰੰਕਾਰ ਵੱਲ ਆਪਣਾ ਮੁਖਾਰਬਿੰਦ ਰੱਖਣਾ ਸੀ, ਸੰਸਾਰ ਵੱਲ ਪਿੱਠ ਕਰਨੀ ਸੀ। ਇਹ ਕਰਮ ਉਲਟ ਕਰ ਬੈਠਾ, ਰੱਬ ਵੱਲ ਪਿੱਠ ਕਰ ਲਈ, ਸੰਸਾਰ ਵੱਲ ਚਿਹਰਾ ਕਰ ਲਿਆ। ਸੋ ਸਮਾਂ ਕਹਿੰਦੇ ਜੀਵਨ ਦਾ ਲੰਘਦਾ ਗਿਆ। ਅੱਗੇ ਪਾਤਸ਼ਾਹ ਕਹਿੰਦੇ ਨੇ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਜ਼ਿੰਦਗੀ ਦਾ ਸਾਰਾ ਸਮਾਂ ਮਾਇਆ ਨੂੰ ਇਕੱਠੇ ਕਰਦਿਆਂ ਦੌੜ ਭੱਜ ਦੇ ਵਿੱਚ ਗੁਜ਼ਰ ਗਿਆ, ਲੰਘ ਗਿਆ। ਹੁਣ ਕਾਲ ਸਿਰ ਤੇ ਖਲੋਤਾ ਹੈ, ਮੌਤ ਸਿਰ ਤੇ ਖਲੋਤੀ ਹੈ। ਹੁਣ ਪਛਤਾਇਆ ਹੋਵੇਗਾ ਕੀ? ਹੁਣ ਤੇ ਗੀਤ ਗਾਉਣ ਦਾ ਸਮਾਂ ਵੀ ਨਹੀਂ ਰਹਿ ਗਿਆ ਵੀ ਕਾਲ ਪੁਰਖ ਨੂੰ ਚੇਤੇ ਕਰ ਲਈਏ। ਹੁਣ ਬੇੜਾ ਬਣਾ ਕੇ ਕੀ ਕਰੇਗਾ? ਸਾਗਰ ਵਿੱਚ ਤੂਫਾਨ ਆ ਗਿਆ ਹੈ। ਹੁਣ ਪਾਰ ਲੰਘਣਾ ਕਹਿੰਦੇ ਮੁਸ਼ਕਲ ਹੈ, ਕਿਉਂਕਿ ਮੌਤ ਸਿਰ ਤੇ
ਡੰਕੇ ਦੀ ਚੋਟ ਕਰਨ ਲਈ ਖਲੋਤੀ ਹੋਈ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਜਿਹੜਾ ਸਮਾਂ ਹੈ ਨਾ, ਸਮੇਂ ਉਹਦਾ ਭਾਵ ਹੈ ਉਹ ਸਮਾਂ, ਭਾਵ ਮੌਤ ਦਾ ਜਿਹੜਾ ਸਮਾਂ ਹੈ ਉਹ ਆ ਗਿਆ ਹੈ, ਜੀਵਨ ਦਾ ਸਮਾਂ ਲੰਘ ਗਿਆ ਹੈ। ਇੱਥੇ ਲਫ਼ਜ਼ ਮਹਾਰਾਜ ਨੇ ਵਰਤਿਆ ਹੈ ਰਮ ਗਇਓ। ਰਮ ਦਾ ਮਤਲਬ ਹੈ ਬੀਤ ਜਾਣਾ, ਲੰਘ ਜਾਣਾ, ਗੁਜ਼ਰ ਜਾਣਾ। ਹੁਣ ਰੋਦਨ ਕੀਤਿਆਂ, ਵੈਰਾਗ ਕੀਤਿਆਂ, ਰੋਇਆਂ ਕਹਿੰਦੇ ਕੀ ਹੋਵੇਗਾ। ਬਚਪਨ ਗਵਾ ਲਿਆ ਖੇਡਾਂ ਵਿੱਚ, ਜਵਾਨੀ ਗਾ ਲਈ ਕਾਮ ਰਸ ਵਿੱਚ, ਬੁਢੇਪਾ ਮਾਇਆ ਇਕੱਠੀ ਕਰਦਿਆਂ ਗੁਜ਼ਰਦਾ ਗਿਆ, ਵਿਕਾਰਾਂ ਦੇ ਇਕੱਠ ਵਿੱਚ ਗੁਜ਼ਰਦਾ ਗਿਆ। ਹੁਣ ਸਿਰ ਤੇ ਮੌਤ ਖਲੋਤੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨਾ ਦੇਵਣੀ ਵਣਜਾਰਿਆ ਮਿੱਤਰਾ, ਓਨੀ ਤਕੜੇ ਪਾਏ ਹਾਥ। ਕਹਿੰਦੇ ਜਮ ਸਿਰ ਤੇ ਖਲੋਂਦੇ ਨੇ, ਖਲੋਤੇ ਇਸ ਲਈ ਨੇ ਤੇਰੀ ਲਿਖਤ ਪੁੱਗ ਗਈ ਹੈ, ਦਰਗਾਹੋਂ ਚੀਰੀ ਜਿਹੜੀ ਚਿੱਠੀ ਹੈ ਤੇਰੀ ਨਾ ਸਵਾਸਾਂ ਦੀ ਉਹ ਪਾਟ ਗਈ ਹੈ। ਹੁਣ ਸਿਰ ਤੇ ਮੌਤ ਖਲੋਤੀ ਹੈ। ਜਿਹੜੇ ਕਰਮ ਕਮਾਏ ਨੇ ਉੱਠ ਚੱਲੇ ਕਮਾਣਾ ਸਾਥ, ਉਹ ਸਾਰਾ ਲੇਖਾ ਜੋਖਾ ਤੇਰਾ ਇਕੱਠਾ ਕਰਕੇ ਚਿੱਤਰਗੁਪਤ ਜਮਾ ਦੇ ਨਾਲ ਹੁਣ ਤੇਰੇ ਸੂਖਸ਼ਮ ਸਰੀਰ ਨੂੰ ਲੈ ਕੇ ਤੁਰਨਗੇ। ਅੱਛਾ, ਜੇ ਤੂੰ ਬਚਪਨ ਵਿੱਚ ਹੈ, ਤੂੰ ਆਖੇ ਵੀ ਮੈਨੂੰ ਥੋੜਾ ਖੇਡ ਲੈਣ ਦਿਓ, ਕੋਈ ਇੱਕ ਸਵਾਸ ਸੁਧਾਰਾ ਦੇ ਦਿਓ, ਤਰਲਾ ਨਹੀਂ ਚੱਲੇਗਾ। ਜਵਾਨੀ ਵਿੱਚ ਹੈ, ਮਹਿਲ ਮਾੜੀਆਂ ਕੋਠੀਆਂ ਪਾਉਣ ਵਾਲੀਆਂ ਰਹਿ ਗਈਆਂ, ਮੈਨੂੰ ਬਿਲਮ ਦੇ ਦਿਓ, ਕਹਿੰਦੇ ਨਹੀਂ, ਜਵਾਨੀ ਦੇ ਜੋਸ਼ ਅੱਗੇ ਵੀ ਨਹੀਂ ਚੁੱਕਣਗੇ। ਤੂੰ ਬੁੱਢਾ ਹੋ ਗਿਆ ਹੈ, ਤਰਲੇ ਲਵੇਂ, ਗਿੜ ਗਿੜਾਵੇਂ ਵੀ ਮਹਾਰਾਜ ਕਹਿੰਦੇ ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰਿਆ ਮਿੱਤਰਾ, ਓਨੀ ਤਕੜੇ ਪਾਏ ਹਾਥ। ਉਹ ਹੱਥਾਂ ਵਿੱਚ ਬੜੀ ਤਾਕਤ ਰੱਖਦੀ ਹੈ ਮੌਤ। ਜਮਾ ਦੇ ਫਾਹੇ ਤੋਂ ਇੱਕ ਰੰਚਕ ਮਾਤਰ ਸਮੇਂ ਲਈ ਵੀ ਬਚਣਾ ਨਹੀਂ ਜਾ ਸਕਦਾ। ਉਹ ਮਹਾਰਾਜ ਕਹਿੰਦੇ ਨੇ ਇੱਕ ਪਲ ਵੀ ਬਿਲਮ ਨਹੀਂ ਲਾਉਣਗੇ। ਮਰਨ ਲਿਖਾਏ ਮੰਡਲ ਮਹਿ ਆਏ, ਜਿੰਨੀ ਸਵਾਸਾਂ ਦੀ ਪੂੰਜੀ ਤੈਨੂੰ ਮਿਲੀ ਹੈ, ਲਿਖਤ ਹੋਈ ਹੈ, ਹਿਲ ਜੁਲ ਨਹੀਂ ਹੋ ਸਕਦੀ ਵੀ ਤੂੰ ਸਮਾਂ ਕੁਝ ਉਹਨਾਂ ਪਾਸੋਂ ਉਧਾਰਾ ਲੈ ਲਵੇਂ, ਨਹੀਂ। ਇੱਕ ਸ਼ਾਇਰ ਨੇ ਇੱਕ ਬੋਲ ਕਿਹਾ ਹੈ, ਕਹਿੰਦਾ ਜ਼ਿੰਦਗੀ ਗੁਜ਼ਰ ਹੀ ਜਾਤੀ ਹੈ, ਤਕਲੀਫें कितनी भी हो, मौत भी रोकी नहीं जाती, तरकीबें कितनी भी हो। ठीक है, दुख ने सुख ने जीवन लंघ जाएगा। तू जिन्ना चाहे चंचल है, बड़ियां स्कीमां लड़ाउणियां जानदा है, तू बड़ा चतुर हो सकता है, जिन्नियां मर्जी तरकीबां कढ़ लई, जमां दे सावें एक भी काम नहीं आउणी। मौत दे सावें तरकीब नहीं चलती। लिखिया आया पकड़ चलाया, मन मुख सदा दुहेले। लिखत अनुसार मौत सिर ते खड़ी है, लै चली है सूक्ष्म शरीर नूं। हुण जिहड़ा मनमुख बंदा सी, जिन्हें रब दे गीत नहीं गाए, वो दुख ही पावेगा, वो जम्मण मरण विच पिया रवेगा। जिन्नी पूरा सतगुर सेविया से दरगह सदा सोहेले। ਜਿਹੜੇ ਅਕਾਲ ਪੁਰਖ ਦੇ ਗੀਤ ਗਾਉਂਦੇ ਰਹੇ ਗੁਰੂ ਦੀ ਸ਼ਰਨ ਆ ਕੇ, ਕਹਿੰਦੇ ਲੋਕ ਵੀ ਸੌਰ ਗਿਆ ਤੇ ਪਰਲੋਕ ਵੀ ਉਹ ਸੋਭਨੀਕ ਹੋਏ। ਉਹਨਾਂ ਨੂੰ ਤੇ ਜਾਣ ਲੱਗਿਆਂ ਭੈ ਹੀ ਨਹੀਂ ਹੁੰਦਾ ਮੌਤ ਦਾ। ਤੁਸੀਂ ਇੱਕ ਮਹਾਂਪੁਰਸ਼ ਦਾ ਜਾਣਾ ਤੇ ਇੱਕ ਮਨਮੁਖ ਦਾ ਜਾਣਾ ਤੱਕਿਓ। ਮਨਮੁਖ ਗਿੜ ਗਿੜਾਉਂਦਾ ਹੈ ਵੀ ਜਾਨ ਬਚ ਜਾਵੇ, ਤੇ ਸੰਤ ਆਨੰਦ ਵਿੱਚ ਚਲੇ ਜਾਂਦੇ ਨੇ ਜਿਵੇਂ ਸੱਪ ਕੁੰਜ ਬਦਲਦਾ ਹੈ। ਸਿੱਖ ਜਗਤ ਵਿੱਚ 9.5-10 ਲੱਖ ਸ਼ਹੀਦੀਆਂ ਨੇ। ਜੇ ਮੌਤ ਦਾ ਭੈ ਹੁੰਦਾ ਤੇ ਸ਼ਹਾਦਤਾਂ ਨਾ ਹੁੰਦੀਆਂ। ਬਾਬਾ ਦਿਆਲਾ ਦੇਗ ਵਿੱਚ ਨਾ ਉਬਲਦਾ। ਬਾਬਾ ਮਤੀ ਦਾਸ, ਬਾਬਾ ਸਤੀ ਦਾਸ ਸ਼ਹਾਦਤ ਦੀ ਅਵਧੀ ਨਾ ਮਾਣਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ। ਮੌਤ ਦਾ ਇਹਨਾਂ ਨੂੰ ਭੈ ਨਹੀਂ ਹੈ।
ਇਹਨੂੰ ਕਹਿੰਦੇ ਨੇ ਜਿਨ੍ਹਾਂ ਸਤਿਗੁਰੂ ਸੇਵਿਆ ਹੈ ਨਾ ਉਹ ਸਦਾ ਹੀ ਸੁਹੇਲੇ ਨੇ, ਮਨ ਮੁਖ ਹੀ ਦੁਹੇਲਾ ਹੈ। ਸੋ ਸਮਝਾਉਂਦੇ ਇਹ ਨੇ ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ, ਕਹੋ ਨਾਨਕ ਭਗਤ ਸੋਹੇ ਦਰਬਾਰੇ, ਮਨਮੁਖ ਸਦਾ ਭਵਾਤ। ਕਹਿੰਦੇ ਮੁੱਕਦੀ ਗੱਲ ਇਹ ਹੈ ਵੀ ਇਹ ਜਿਹੜਾ ਸਰੀਰ ਹੈ ਇਹ ਕਰਮ ਰੂਪੀ ਭੂਮੀ ਹੈ। ਹੁਣ ਜੈਸੀ ਫਸਲ ਇੱਕ ਵਾਹੀ ਖੇਤੀ ਕਰਨ ਵਾਲਾ ਜ਼ਮੀਂਦਾਰ ਬੀਜਦਾ ਹੈ ਉਹੀ ਉਹਨੇ ਕੱਟਣੀ ਹੈ। ਇਹ ਥੋੜਾ ਹੈ ਵੀ ਫਸਲ ਤੂੰ ਬੀਜੀ ਤੇ ਗਵਾਂਢੀ ਕੱਟ ਕੇ ਲੈ ਜਾਣਗੇ। ਜਿਸਨੇ ਫਸਲ ਬੀਜੀ ਹੈ ਕੱਟੇਗਾ ਉਹੀ। ਇਹ ਕਰਮ ਭੂਮੀ ਹੈ ਮਨੁੱਖਾ ਸਰੀਰ, ਜੋ ਬੀਜਿਆ ਹੈ, ਕੰਡੇ ਬੀਜੇ ਨੇ ਤੇ ਕੰਡੇ ਹੀ ਚੁਗਣੇ ਪੈਣਗੇ ਦਰਗਾਹ ਵਿੱਚ। ਫੁੱਲ ਬੀਜੇ ਨੇ, ਚੰਗੇ ਕਰਮ ਕੀਤੇ ਨੇ ਤੇ ਫੁੱਲ ਹੀ ਨਸੀਬ ਹੋਣਗੇ ਦਰਗਾਹ ਦੇ ਵਿੱਚ। The body is the field of karma। ਸੋ ਇੱਥੇ ਜੋ ਵੀ ਬੀਜੋਗੇ, ਹੁਣ ਭਗਤਾਂ ਨੇ ਨਾਮ ਬੀਜਿਆ ਹੈ ਉਹ ਸ਼ੋਭਾ ਪਾਉਣਗੇ ਦਰਗਾਹ ਵਿੱਚ ਵੀ, ਉਹਨਾਂ ਦੀ ਦੁਨੀਆ ਤੇ ਵੀ ਸ਼ੋਭਾ ਹੈ। ਮਨਮੁਖਾਂ ਨੇ ਚੁਗਲੀ ਨਿੰਦਾ ਇਹੀ ਕੁਝ ਬੀਜਿਆ ਹੈ, ਦੁੱਖ ਹੀ ਦਿੱਤੇ ਨੇ, ਦਿਲ ਹੀ ਦੁਖਾਇਆ ਹੈ। ਸੋ ਕੀ ਹੋਵੇਗਾ? ਮਨਮੁਖ ਸਦਾ ਭਵਾਤ, ਉਹ ਦੁੱਖਾਂ ਵਿੱਚ ਜਨਮ ਮਰਨ ਦੇ ਗੇੜ ਵਿੱਚ ਭਵਾਏ ਜਾਂਦੇ ਨੇ, ਪਾਏ ਜਾਂਦੇ ਨੇ। They will wander forever in reincarnation, ਜੂਨਾਂ ਵਿੱਚ ਭਵਾਏ ਜਾਣਗੇ ਉਹ। ਸੋ ਮਹਾਰਾਜ ਭਗਤ ਕਬੀਰ ਜੀ ਨੇ ਇੱਕ ਗੱਲ ਕਹੀ, ਕਹਿੰਦੇ ਜੇ ਇਉਂ ਸਮਝਦਾ ਹੈ ਨਾ ਵੀ ਕਬੀਰ ਦੀ ਵਿਚਾਰਧਾਰਾ ਹੀ ਇਹ ਹੈ, ਤੇ ਕਹਿੰਦੇ ਪਿਛਲੇ ਸਾਧੂਆਂ ਸੰਤਾਂ ਨੂੰ ਪੜ੍ਹ, ਨਾਰਦ ਬਚਨ ਬਿਆਸ ਕਹਿਤ ਹੈ, ਸੁਖ ਕਉ ਪੂਛੋ ਜਾਈ, ਕਹੈ ਕਬੀਰ ਰਾਮੈ ਰਮ ਛੂਟੋ, ਨਾਹੇ ਤਾਂ ਬੂਢੈ ਭਾਈ। ਕੇਵਲ ਅਕਾਲ ਪੁਰਖ ਦੇ ਗੀਤ ਗਾ ਕੇ ਹੀ ਭਵਸਾਗਰ ਤੋਂ ਤਰਿਆ ਜਾ ਸਕਦਾ ਹੈ। ਜੇ ਲੋਭ ਦੇ ਫੰਦ ਵਿੱਚ ਵੱਜਿਆ ਰਿਹਾ, ਸੰਸਾਰ ਦੇ ਮੋਹ ਵਿੱਚ ਵੱਜਿਆ ਰਿਹਾ, ਸੰਸਾਰ ਤੇ ਹੀ ਜੰਮਣ ਮਰਨ ਹੈ। ਜੇ ਨਿਰੰਕਾਰ ਦਾ ਮੋਹ ਪੈਦਾ ਹੋ ਗਿਆ ਫਿਰ ਭਵਸਾਗਰ ਤੋਂ ਪਾਰ ਹੋ ਜਾਵੇਗਾ। ਸੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਮਾਂ ਲੰਘ ਗਿਆ, ਮੌਤ ਸਿਰ ਤੇ ਖਲੋਤੀ ਹੈ, ਹੁਣ ਰੋਇਆ ਕੀ ਹੋਵੇਗਾ। ਇਸ ਤੋਂ ਪਹਿਲਾਂ ਸਮਾਂ ਰਮ ਜਾਵੇ, ਲੰਘ ਜਾਵੇ। ਕਬੀਰ ਜੀ ਕਹਿੰਦੇ ਨੇ, ਕਹਿ ਕਬੀਰ ਰਾਮੈ ਰਮ ਛੂਟੋ, ਸਮਾਂ ਰਮਣ ਤੋਂ ਪਹਿਲਾਂ, ਲੰਘਣ ਤੋਂ ਪਹਿਲਾਂ, ਰਮ ਜਾਣ ਤੋਂ ਪਹਿਲਾਂ ਤੂੰ ਪਰਮਾਤਮਾ ਨਾਲ ਰਮ ਜਾ, ਭਾਵ ਅਭੇਦ ਹੋ ਜਾ, ਪਰਮਾਤਮਾ ਵਿੱਚ ਮਿਲ ਜਾ, ਜੀਵਨ ਮੁਕਤੀ ਹਾਸਲ ਕਰ ਲਵੇਂਗਾ, ਰੋਗ ਸੋਗ ਮਿਟਣਗੇ। ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਹੀ ਰਹੇ ਨੇ, ਹੁਣ ਪਛਤਾਇਆ ਹੋ ਕੁਝ ਨਹੀਂ ਸਕਦਾ ਜਦੋਂ ਮੌਤ ਸਿਰ ਤੇ ਖਲੋਤੀ ਹੈ। ਇਸ ਤੋਂ ਪਹਿਲਾਂ ਮੌਤ ਆਵੇ, ਜੀਵਨ ਸਫਲਾ ਕਰ, ਅਕਾਲ ਪੁਰਖ ਦੇ ਗੀਤ ਗਾ, ਚੰਗੇ ਕਰਮ ਕਰ, ਤੇਰੇ ਜਾਣ ਤੋਂ ਬਾਅਦ ਲੋਕ ਤੈਨੂੰ ਯਾਦ ਕਰਨ, ਇਹ ਨਾ ਆਖਣ ਵੀ ਚੰਗਾ ਗਲੋਂ ਲੈ ਗਿਆ ਹੈ। ਸੋ ਮਹਾਰਾਜ ਇੱਥੇ ਸ਼ਲੋਕ ਦੇ ਵਿੱਚ ਪਾਕ ਵਿਚਾਰ ਸਿੱਖ ਜਗਤ ਲਈ, ਲੋਕਾਈ ਦੇ ਲਈ, ਸਾਡੇ ਹਿੱਤ ਲਈ ਬਖਸ਼ਦੇ ਨੇ। ਹੁਣ ਆਓ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਪਾਕ ਸ਼ਬਦ ਹੈ ਤਿਲੰਗ ਰਾਗ ਵਿੱਚ, ਉਹਦੀ ਵਿਚਾਰ ਨਾਲ ਜੁੜੀਏ। 726-27 ਅੰਗ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹ ਦਰਜ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਨੌਵਾਂ। ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਗੁਰੂ
ਤੇਗ ਬਹਾਦਰ ਸਾਹਿਬ ਪਰਮ ਈਸ਼ਵਰ ਦੇ 9ਵੇਂ ਸਰੂਪ ਗੁਰ ਪਰਮੇਸ਼ਰ ਏਕੋ ਜਾਣ ਰਾਗ ਤਿਲੰਗ ਦੇ ਵਿੱਚ ਇਹ ਫੁਰਮਾਨ ਮਨੁੱਖਤਾ ਲਈ ਕਰਦੇ ਨੇ, ਸਮਝਾਉਂਦੇ ਨੇ, ਐ ਗਾਫਲ ਮਨ, ਗਫਲਤ ਵਿੱਚ ਸੁੱਤਾ ਹੋਇਆ ਹੈ, ਜਾਗਣਾ ਕਰ, ਸਮਾਂ ਲੰਘਦਾ ਜਾ ਰਿਹਾ ਹੈ, ਹੋਸ਼ ਕਰ, ਹੋਸ਼ ਵਿੱਚ ਆਉਣਾ ਕਰ, ਕਿਉਂ ਗਾਫਲ ਹੋ ਕੇ ਸੁੱਤਾ ਹੈ। ਜਾਗ ਦਾ ਮਤਲਬ ਹੈ ਉੱਠਣਾ ਕਰ। ਵੈਸੇ ਫਾਰਸੀ ਵਿੱਚ ਜਾਗ ਲਫ਼ਜ਼ ਕਾਂ ਲਈ ਵੀ ਆਉਂਦਾ ਹੈ, ਤੇ ਕਾਂ ਦਾ ਕੀ ਸੁਭਾਅ ਹੈ, ਵਿਸ਼ਟਾ ਵਿੱਚ ਹੀ ਮੂੰਹ ਮਾਰਦਾ ਹੈ, ਗੰਦਗੀ ਵਿੱਚ। ਇੱਦਾਂ ਹੀ ਬੰਦਾ ਗਾਫਲਤਾ ਵਿੱਚ ਸੁੱਤਾ ਕਾਮ ਕ੍ਰੋਧ ਵਿੱਚ ਹੀ ਮੂੰਹ ਮਾਰੀ ਜਾਂਦਾ ਹੈ। ਮਹਾਰਾਜ ਕਹਿੰਦੇ ਜਾਗਣਾ ਕਰ, ਸਮਾਂ ਬੀਤਦਾ ਜਾ ਰਿਹਾ ਹੈ, ਇਸ ਗੱਲ ਨੂੰ ਅੰਗੀਕਾਰ ਕਰ, ਸਮਝ ਤੈਨੂੰ ਜਾਗਣਾ ਪਵੇਗਾ। ਗਾਫਲ ਹੋ ਕੇ ਸੁੱਤਾ ਹੈ। ਗਾਫਲ ਅਰਬੀ ਦਾ ਲਫ਼ਜ਼ ਹੈ। ਗਾਫਲ ਦਾ ਭਾਵ ਹੁੰਦਾ ਹੈ ਬੇਖਬਰ, ਜਿਸ ਨੂੰ ਖਬਰ ਹੀ ਨਹੀਂ ਹੈ, ਜੋ ਸੁਚੇਤ ਨਹੀਂ ਹੈ, ਜੋ ਬੜਾ ਸੁਸਤ ਹੈ, ਆਲਸ ਦੇ ਵਿੱਚ ਹੈ। ਮਹਾਰਾਜ ਕਹਿੰਦੇ ਵਿਰਾਜਿਆ ਹੋਇਆ ਹੈ, ਵਸਿਆ ਹੋਇਆ ਹੈ, ਦੁਨੀਆ ਵਿੱਚ ਸੁੱਤਾ ਹੋਇਆ ਹੈ, ਹੋਸ਼ ਗਵਾ ਕੇ ਬੈਠਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਵੀ ਔਰੰਗਜ਼ੇਬ ਨੂੰ ਫਾਰਸੀ ਦੀ ਮਹਾਨ ਰਚਨਾ ਜ਼ਫਰਨਾਮੇ ਵਿੱਚ ਇਹ ਗੱਲ ਕਹੀ ਸੀ, ਤੂੰ ਗਾਫਲ ਮਸੋ ਮਰਦ ਯਸਦਾ ਸ਼ਨਾਸ ਕਿ ਉਹ ਬੇਨਿਆਜ਼ ਅਸਤ ਉਹ ਬੇਸੁਪਾਸ। ਕਹਿੰਦੇ ਔਰੰਗਜ਼ੇਬ, ਐ ਬੰਦੇ ਕਿਉਂ ਗਾਫਲ ਹੋਇਆ ਹੈ, ਪਰਮਾਤਮਾ ਨੂੰ ਪਹਿਚਾਣ ਲੈ, ਕੁੱਲ ਕਾਇਨਾਤ ਦਾ ਉਹ ਮਾਲਕ ਹੈ, ਉਹ ਬੇਪਰਵਾਹ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ। ਤੂੰ ਆਪਣੀ ਪਰਵਾਹ ਕਰ, ਉਹਦੇ ਗੀਤ ਗਾ, ਜੀਵਨ ਸਫਲਾ ਹੋਵੇ, ਗਲਤ ਕਰਮ ਨਾ ਕਰ। ਇਹ ਬਾਣੀ 'ਚ ਬੜਾ ਲਫ਼ਜ਼ ਵਰਤਿਆ ਹੈ ਗਾਫਲ। ਕਿਆ ਸੋਵੈ ਹੈ ਨਾਮ ਵਿਸਾਰ ਗਾਫਲ ਗਹਿ ਲਿਆ, ਕਿਤੀ ਇਤ ਦਰਿਆਏ ਵੰਜਨ ਵਹਿ ਦਿਆ। ਕਹਿੰਦੇ ਗਾਫਲ ਬੇਪਰਵਾਹ ਮਨ ਕਿਉਂ ਸੁੱਤਾ ਹੋਇਆ ਹੈ, ਮੋਹ ਦੀ ਨੀਂਦ ਵਿੱਚ, ਸੰਸਾਰ ਦੀ ਨੀਂਦ ਵਿੱਚ। ਤੂੰ ਉੱਠ ਕੇ ਵੇਖ, ਇਹ ਜਿਹੜਾ ਨਦੀ ਦਾ ਵਹਿਣ ਹੈ ਨਾ, ਪਾਣੀ ਲੰਘਦਾ ਜਾ ਰਿਹਾ ਹੈ ਪੁਲ ਥੱਲਿਓਂ, ਇਹ ਵਾਪਸ ਨਹੀਂ ਆਵੇਗਾ। ਸੰਸਾਰ ਇਸ ਤਰ੍ਹਾਂ ਦਾ ਹੈ ਜਿਵੇਂ ਨਦੀ ਦਾ ਵਹਿਣ ਹੁੰਦਾ ਹੈ, ਜਿਹੜਾ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਆਵੇਗਾ। ਨਦੀ ਨੁਮਾ ਇਹ ਜਿਹੜਾ ਸੰਸਾਰ ਹੈ, ਇਹਦੇ ਵਿੱਚ ਲੋਕ ਰੁੜਦੇ ਜਾ ਰਹੇ ਨੇ, ਮੁੱਕਦੇ ਜਾ ਰਹੇ ਨੇ, ਜਨਮਦੇ ਮਰਦੇ ਹੋਏ ਜਾ ਰਹੇ ਨੇ। ਸੋ ਮਹਾਰਾਜ ਕਹਿੰਦੇ ਬੋਹੇ ਥੜਾ ਹਰ ਚਰਨ ਮਨ ਚੜ ਲੰਘੀ ਹੈ, ਆਠ ਪਹਿਰ ਗੁਣ ਗਾਏ ਸਾਧੂ ਸੰਗੀ ਹੈ। ਜੇ ਮਹਾਰਾਜ ਸੰਸਾਰ ਸਾਗਰ ਹੈ, ਸੰਸਾਰ ਨਦੀ ਦੀ ਨਿਆਈ ਹੈ, ਵਹਿੰਦਾ ਜਾ ਰਿਹਾ ਹੈ, ਤੇ ਕੋਈ ਜਹਾਜ਼ ਵੀ ਹੋਵੇਗਾ, ਕਹਿੰਦੇ ਵਾਹਿਗੁਰੂ ਦੇ ਚਰਨ ਨੇ, ਪਕੜ ਲੈ। ਉਹਨਾਂ ਤੋਂ ਇਹ ਪੁੱਛ ਜਿਹੜੇ ਸਾਧੂ ਸਤਪੁਰਸ਼ ਅੱਗੇ ਇਸ ਜਹਾਜ਼ ਤੇ ਚੜ੍ਹੇ ਨੇ, ਉਹ ਜਾਚ ਦੱਸਣਗੇ। ਉਹਨਾਂ ਦੀ ਸੰਗਤ ਕਰ, ਪਰਮਾਤਮਾ ਦੇ ਗੀਤ ਗਾ ਉਹਨਾਂ ਦੇ ਕੋਲ ਬੈਠ ਕੇ। ਸੋ ਇਹ ਗਾਫਲਤਾ ਦੀ ਨੀਂਦੇ ਸੁੱਤਾ ਬੰਦਾ ਸਮਝ ਨਹੀਂ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸੁੱਤਾ ਪਿਆ ਹੈ ਮੋਹ ਮਾਇਆ ਵਿੱਚ, ਉਮਰ ਲੰਘਦੀ ਜਾ ਰਹੀ ਹੈ, ਸਮਾਂ ਥੋੜ੍ਹਾ ਹੈ ਸੰਸਾਰ ਸਾਗਰ ਤੋਂ ਪਾਰ ਜਾਣ ਲਈ। ਬੇੜੇ ਵਿੱਚ ਬੈਠ ਨਹੀਂ ਰਿਹਾ, ਨਾਮ ਜਪ ਨਹੀਂ ਰਿਹਾ, ਦੁੱਖਾਂ ਦੇ ਸਾਗਰ ਵਿੱਚ ਕਹਿੰਦੇ ਡੁੱਬੇਗਾ ਹੈ। ਚੋਟ ਮਾਰਦੇ ਨੇ, ਕਹਿੰਦੇ ਦੇਖ ਹੋਰਾਂ ਦਾ ਤੇ ਤੂੰ ਛੱਡ, ਇਹ ਮੋਹ ਮਾਇਆ ਵਿੱਚ ਤੂੰ ਇੰਨਾ ਡੁੱਬਿਆ ਹੈ, ਇੰਨਾ ਤੇ ਪਾਇਆ ਹੈ ਦੁਨੀਆ ਦਾ, ਪਰਿਵਾਰ ਦਾ, ਪਦਾਰਥਾਂ ਦਾ, ਇਹਨਾਂ ਤੇ ਕੀ ਨਾਲ ਨਿਭਣਾ ਹੈ। ਜਿਹੜਾ ਤਨ ਹੈ ਨਾ ਤੇਰਾ, ਜੋ ਨਾਲ ਹੀ ਆਇਆ ਸੀ ਸੂਖਸ਼ਮ ਜੀਵ ਦੇ, ਉਹ ਵੀ ਸਾਥ ਛੱਡੇਗਾ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਇੱਥੇ
ਤਨ ਜਿਹੜਾ ਹੈ ਨਾ, ਤਨ ਦੇ ਅਰਥ ਬੜੇ ਨੇ। ਤਨ ਦਾ ਮਤਲਬ ਕੋਮਲਤਾ ਵੀ ਹੈ, ਤਨ ਦਾ ਮਤਲਬ ਥੋੜਾ ਵੀ ਹੈ, ਤਨ ਦਾ ਭਾਵ ਇਹ ਦੇਹ ਵੀ ਹੈ, ਸਰੀਰ ਵੀ ਹੈ, ਜੋ ਬੜਾ ਕੋਮਲ ਹੈ, ਬੜਾ ਸੁੰਦਰ ਹੈ। ਕਹਿੰਦੇ ਦੇਖ, ਇਹ ਕੋਮਲ ਜਿਹਾ ਸਰੀਰ, ਤਨ ਦਾ ਭਾਵ ਨਾ, ਤਨਿਆ ਲਫ਼ਜ਼ ਬੇਟੇ ਲਈ ਵੀ ਆਉਂਦਾ ਹੈ, ਬੱਚਿਆਂ ਲਈ ਵੀ ਆਉਂਦਾ ਹੈ, ਪੁੱਤਰ ਲਈ ਵੀ ਆਉਂਦਾ ਹੈ। ਖੈਰ ਕਹਿੰਦੇ ਜਿਹੜਾ ਇਹ ਸਰੀਰ ਹੈ, ਜੋ ਸੂਖਸ਼ਮ ਸਰੀਰ ਦੇ ਨਾਲ ਹੀ ਉਤਪਤ ਹੋਇਆ ਸੀ, ਉਪਜਿਆ ਸੀ, ਪੈਦਾ ਹੋਇਆ ਸੀ ਸੰਗ ਨਾਲ, ਕਹਿੰਦੇ ਉਹ ਵੀ ਤੇਰੇ ਸੰਗ ਨਹੀਂ ਜਾਣਾ, ਤੇਰੇ ਸਾਥ ਨਹੀਂ ਜਾਣਾ। ਸੂਖਸ਼ਮ ਸਰੀਰ ਨੂੰ ਸਥੂਲ ਸਰੀਰ ਨੇ ਛੱਡ ਦੇਣਾ ਹੈ ਅੰਤਲੇ ਸਮੇਂ। ਸੋ ਪਾਤਸ਼ਾਹ ਕਹਿੰਦੇ ਨੇ ਹੋਰਾਂ ਦੀ ਕੀ ਆਸ ਲਾਉਣਾ ਹੈ, ਜਦੋਂ ਸਰੀਰ ਹੀ ਤੇਰਾ ਸਾਥ ਛੱਡ ਰਿਹਾ ਹੈ। ਆ ਜਿਹੜੇ ਗੈਰ ਸਰੀਰ ਨੇ, ਮਾਤਾ ਪਿਤਾ, ਪੁੱਤਰ ਧੀਆਂ, ਇਹ ਦੁਨੀਆ, ਇਹ ਲੋਕਾਈ, ਇਹ ਸੱਜਣ, ਇਹ ਮਿੱਤਰ, ਇਹ ਕਿੱਦਾਂ ਨਿਭਣਗੇ ਤੇਰੇ ਨਾਲ? ਆਪਦਾ ਸਰੀਰ ਹੀ ਨਹੀਂ ਨਿਭ ਰਿਹਾ। ਸੋ ਅੱਗੇ ਮਹਾਰਾਜ ਹੁਕਮ ਕਰਦੇ ਨੇ, ਰਹਾਉ ਮਾਤ ਪਿਤਾ ਸੁਤ ਬੰਧ ਜਨ, ਹਿਤ ਜਾ ਸਿਓ ਕੀਨਾ। ਜਿਸ ਮਾਂ ਨੇ, ਮਾਤਰੀ ਨੇ, ਮਾਤਾ ਨੇ ਪੈਦਾ ਕੀਤਾ, ਪਿਤਾ ਦੇ ਬਿੰਦ ਦੇ ਸ਼ਹਿਦ ਤੋਂ ਉਤਪੰਨ ਹੋਇਆ। ਪਿਤਾ ਦਾ ਮਤਲਬ ਜੋ ਰੱਖਿਆ ਕਰੇ, ਪਿੱਤਰ, ਜਨਕ, ਬਾਪ, ਸਿਰ ਦਾ ਸਾਈਂ। ਸੁੱਤ ਦਾ ਭਾਵ ਹੁੰਦਾ ਜੋ ਨਿਚੋੜ ਕੇ ਕੱਢਿਆ ਗਿਆ ਹੋਵੇ, ਭਾਵ ਮਾਤਾ ਦੇ ਰਗਤ ਤੋਂ, ਪਿਤਾ ਦੇ ਬਿੰਦ ਤੋਂ, ਇਸ ਸੁਮੇਲ ਤੋਂ ਜੋ ਔਲਾਦ ਪੈਦਾ ਹੋਵੇ, ਬੇਟਾ। ਬੰਧ ਕਹਿੰਦੇ ਨੇ ਸੱਜਣ ਨੂੰ, ਭਾਈ ਨੂੰ, ਮਿੱਤਰ ਨੂੰ, ਰਿਸ਼ਤੇਦਾਰ ਨੂੰ, ਬੰਧੂ ਨੂੰ। ਕਹਿੰਦੇ ਚਾਹੇ ਮਾਤਾ ਹੈ, ਪਿਤਾ ਹੈ, ਮਿੱਤਰ ਨੇ, ਸੱਜਣ ਨੇ, ਲਖਤੇ ਜਿਗਰ ਹੈ, ਔਲਾਦ ਹੈ, ਜੀਵਨ ਕਾਲ ਤੂੰ ਉਹਨਾਂ ਦਾ ਹਿੱਤ ਕੀਤਾ ਹੈ, ਉਹਨਾਂ ਦੇ ਨਾਲ ਪ੍ਰੇਮ ਕੀਤਾ ਹੈ। ਇੱਥੇ ਜਨ ਲਫ਼ਜ਼ ਵੀ ਹੈ। ਜਨ ਸੱਜਣਾ ਨੂੰ ਵੀ ਕਹਿੰਦੇ ਨੇ, ਸੰਤਾਂ ਨੂੰ ਵੀ ਕਹਿੰਦੇ ਨੇ, ਤੇ ਫਾਰਸੀ ਵਿੱਚ ਜ਼ਨ ਬਿੰਦੀ ਲੱਗ ਜਾਂਦੀ ਹੈ, ਜਨ ਤੋਂ ਜ਼ਨ ਬਣ ਜਾਂਦਾ ਹੈ, ਇਸਤਰੀ ਨੂੰ ਕਹਿੰਦੇ ਨੇ। ਕਹਿੰਦੇ ਚਾਹੇ ਇਸਤਰੀ ਹੈ ਤੇਰੀ, ਪੁੱਤਰ ਨੇ, ਧੀਆਂ ਨੇ, ਸੰਬੰਧੀ ਨੇ, ਯਾਰ ਨੇ, ਮਿੱਤਰ ਨੇ, ਸੱਜਣ ਨੇ, ਬੜਾ ਹਿੱਤ ਕਰਦਾ ਹੈ ਉਹਨਾਂ ਨਾਲ, ਬੜਾ ਪ੍ਰੇਮ ਕਰਦਾ ਹੈ, ਤੂੰ ਚਾਹੁਣ ਵਾਲਾ ਹੈ ਉਹਨਾਂ ਦਾ, ਸੰਗ ਸਾਥ ਉਹਨਾਂ ਦੇ ਤੂੰ ਰਹਿਣਾ ਹੈ। ਕਹਿੰਦੇ ਪਰ ਦੁਨੀਆ ਦੀ ਸੱਚਾਈ ਦੇਖ। ਅਗਲੇ ਪਾਤਸ਼ਾਹ ਦੇ ਬੋਲ ਨੇ, ਜੀਓ ਛੂਟਿਓ ਜਬ ਦੇਹ ਤੇ, ਡਾਰ ਅਗਨ ਮਹਿ ਦੀਨਾ। ਮਹਾਰਾਜ ਕਹਿੰਦੇ ਜਿਸ ਦਿਨ, ਜੀਓ ਦਾ ਮਤਲਬ ਕੀ ਹੈ? ਪ੍ਰਾਣਧਾਰੀ। ਇਹ ਜੋ ਆਤਮਾ ਹੈ, ਮਨੁੱਖ ਤੋਂ ਲੈ ਕੇ ਕੀੜਿਆਂ ਮਕੌੜਿਆਂ ਤੱਕ ਜੋ ਚੇਤਨ ਸੱਤਾ ਹੈ, ਜੋ ਹਰ ਜ਼ਰੇ ਵਿੱਚ ਪਰਮਾਤਮਾ ਦੇ ਸਮਾਏ ਹੋਏ ਸਵਾਸ ਨੇ, ਸੂਖਸ਼ਮ ਸਰੀਰ ਹੈ ਜੋ ਇਸ ਸਥੂਲ ਮਾਸ ਦੇ ਲੋਥੜੇ ਦੇ ਅੰਦਰ। ਇਹ ਜੀਓ ਜਦੋਂ ਛੂਟੇਗਾ, ਜਦੋਂ ਸਰੀਰ ਤੋਂ ਇਹਦੀ ਰਿਹਾਈ ਹੋਵੇਗੀ, ਛੁਟਕਾਰਾ ਹੋਵੇਗਾ, ਦੂਰ ਹੋਵੇਗਾ ਦੇਹ ਤੋਂ। ਦੇਹ ਦਾ ਮਤਲਬ ਹੈ ਜੋ ਵਾਧਾ ਫੁੱਲਦਾ ਹੈ, ਜਿਸਮ, ਸਰੀਰ। ਕਹਿੰਦੇ ਜਦੋਂ ਸੂਖਸ਼ਮ ਸਰੀਰ ਦੇਹ ਤੋਂ ਛੁੱਟ ਗਿਆ, ਡਾਰ ਦਾ ਮਤਲਬ ਹੁੰਦਾ ਹੈ ਫੈਂਕ ਦੇਣਾ, ਧੱਕੋ ਜ਼ੋਰੀ ਬਾਹਰ ਕੱਢ ਦੇਣਾ, ਧੱਕੇ ਨਾਲ ਡਾਲ ਦੇਣਾ। ਕਹਿੰਦੇ ਤੇਰੇ ਇਸ ਸਰੀਰ ਨੂੰ, ਸੂਖਸ਼ਮ ਸਰੀਰ ਦਾ ਜਦੋਂ ਸਾਥ ਨਾ ਮਿਲਿਆ, ਉਹ ਲਹਿਦਾ ਹੋ ਗਿਆ, ਛੁੱਟ ਗਿਆ। ਇਹ ਜਿਹੜੇ ਸੰਬੰਧੀ ਨੇ ਨਾ, ਜਿਨ੍ਹਾਂ ਨਾਲ ਬਹੁਤਾ ਤੇਹ ਕੀਤਾ ਸੀ ਸੰਸਾਰ ਨੂੰ ਛੱਡ ਕੇ,
ਇਹੀ ਤੈਨੂੰ ਅੱਗ ਵਿੱਚ ਧੱਕੋ ਜ਼ੋਰੀ ਸੁੱਟਣਗੇ। ਉਹ ਜਿਹੜਾ ਸੰਸਾਰ ਸੀ, ਜਿਹੜੇ ਹੋਰ ਲੋਕ ਸੀ ਦੂਰ ਦਰੇਡੇ ਦੇ, ਉਹ ਤੇ ਖਲੋਤੇ ਤਮਾਸ਼ਾ ਹੀ ਵੇਂਦੇ ਨੇ। ਜਿਹੜੇ ਬਹੁਤੇ ਨੇੜੇ ਸੀ ਨਾ, ਜਿਨ੍ਹਾਂ ਨਾਲ ਬਹੁਤਾ ਤੇ ਸੀ, ਇਹ ਕਰਮ ਉਹੀ ਕਰਨਗੇ। ਕਹਿੰਦੇ ਅਗਨ ਦੇ ਵਿੱਚ, ਆਤਿਸ਼ ਦੇ ਵਿੱਚ ਤੈਨੂੰ ਇਹਨਾਂ ਫੜ ਕੇ ਸੁੱਟ ਦੇਣਾ ਹੈ, ਧੱਕੋ ਜ਼ੋਰੀ ਘਰੋਂ ਕੱਢ ਦੇਣਾ ਹੈ। ਕਿੰਨੇ ਦਿਨ ਤੇਰੀ ਕਦਰ ਹੈ, ਜਿੰਨੇ ਦਿਨ ਇਹ ਜੀਓ ਹੈ। ਪਰਮਾਤਮਾ ਦੇ ਬਖਸ਼ੇ ਸਾਹ ਨੇ। ਮੈਂ ਤੁਹਾਨੂੰ ਬੇਨਤੀ ਕਰਾਂ, ਠੀਕ ਹੈ ਪਰਿਵਾਰ ਮਿਲਿਆ ਹੈ, ਪੈਸਾ ਮਿਲਿਆ ਹੈ, ਆਨੰਦ ਲਓ, ਪਰ ਪਰਮਾਤਮਾ ਨੂੰ ਯਾਦ ਰੱਖੋ ਜਿਸ ਨੇ ਇਹ ਪਰਿਵਾਰ ਦਿੱਤਾ ਹੈ। ਜਿਸ ਦਿਨ ਉਹਨੇ ਜੋਤ ਖਿੱਚ ਲਈ, ਨਾ ਕਿਸੇ ਨੇ ਮਾਈ ਕਹਿਣਾ ਹੈ, ਨਾ ਬਾਪ ਕਹਿਣਾ ਹੈ, ਨਾ ਪੁੱਤਰ ਕਹਿਣਾ ਹੈ, ਨਾ ਧੀ ਕਹਿਣਾ ਹੈ, ਨਾ ਗੱਲ ਨਾ ਲਾਉਣਾ ਹੈ। ਇਹੀ ਦੁਨੀਆ ਦੀ ਸੱਚਾਈ ਹੈ। ਜਿੰਨਾ ਵੀ ਤੂੰ ਕਰੀਬ ਹੈ ਕਿਸੇ ਦੇ, ਓਨਾ ਹੀ ਤੈਨੂੰ ਦੂਰ ਸੁੱਟਣਗੇ ਜਦੋਂ ਸਵਾਸ ਨਾ ਰਹੇ ਅੰਦਰ। ਬਾ ਕਮਾਲ ਉਦਾਹਰਣ ਬਾਣੀ ਵਿੱਚ ਮਿਲਦੀ ਹੈ। ਕਹਿੰਦੇ ਜਬ ਲਗ ਤੇਲ ਦਿਵੈ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਰੇ ਬੌਰੇ ਤੋਹੇ ਘਰੀ ਨਾ ਰਾਖੈ ਕੋਈ। ਤੂੰ ਰਾਮ ਨਾਮ ਜਪ ਸੋਈ, ਕਾਕੀ ਮਾਤ ਪਿਤਾ ਕਹੋ ਕਾਕੋ। ਕਵਨ ਪੁਰਖ ਕੀ ਜੋਈ, ਘਟ ਫੂਟੇ ਕਉ। ਬਾਤ ਨਾ ਪੁੱਛੈ ਕਾਢੋ ਕਾਢੋ ਹੋਈ। ਮਹਾਰਾਜ ਕਹਿੰਦੇ ਨੇ, ਦੇਖ ਸਰੀਰ ਰੂਪੀ ਦੀਵਾ ਹੈ, ਤੇ ਦੀਵਾ ਬਲਦਾ ਕਿਹਦੇ ਆਸਰੇ ਹੈ? ਤੇਲ ਦੇ। ਹੁਣ ਇੱਕ ਦੀਵਾ ਪਿਆ ਹੈ, ਉਹਦੇ ਵਿੱਚ ਤੇਲ ਹੈ, ਬੱਤੀ ਜਗਦੀ ਹੈ। ਤੇਲ ਮੁੱਕੇ, ਬੱਤੀ ਬੁਝ ਜਾਵੇਗੀ, ਦੀਵਾ ਮਿੱਟੀ ਹੈ, ਕੁਝ ਵੀ ਨਹੀਂ। ਸਰੀਰ ਦੀਵਾ ਹੈ, ਪਰਮਾਤਮਾ ਦੇ ਬਖਸ਼ੇ ਹੋਏ ਸਵਾਸ ਤੇਲ ਨੇ। ਜ਼ੁਬਾਨ ਚੱਲਦੀ ਹੈ ਬੱਤੀ ਵਾਂਗੂ। ਤੇਲ ਜਾਣਾ ਹੈ ਮੁੱਕ। ਤੇਲ ਜਲੇ ਬਾਤੀ ਠਹਿਰਾਨੀ। ਬੱਤੀ ਜਾਣੀ ਹੈ ਬੁਝ। ਜਿਹੜੀ ਬੱਕ ਬੱਕ ਕਰਦੀ ਜ਼ੁਬਾਨ ਹੈ, ਇਹ ਜਾਣੀ ਹੈ ਰੁਕ। ਹੁਣ ਜਿੰਨਾ ਚਿਰ ਦੀਵਾ ਬਲਦਾ ਸੀ, ਮੰਦਰ ਦੇ ਅੰਦਰ ਸਭ ਕੁਝ ਨਜ਼ਰੀ ਆਉਂਦਾ ਸੀ। ਸਭ ਮੇਰੇ ਨੇ, ਸਭ ਮੇਰੇ ਨੇ, ਪੁੱਤਰ ਭਾਈ ਦਿਖਦੇ ਸਨ। ਦੀਵਾ ਜਾਵੇ ਬੁਝ, ਭਾਵੇਂ ਲੱਖ ਰੁਪਈਏ ਦੀ ਬਣਤਰ ਹੈ ਉਸ ਮਹਿਲ ਦੀ, ਤੇ ਭਾਵੇਂ 10 ਲੱਖ ਦੀ ਹੈ, ਸਭ ਮਿੱਟੀ ਹੈ। ਤੂੰ ਰਾਜਾ ਹੈ, ਤੂੰ ਭਿਖਾਰੀ ਹੈ, ਤੂੰ ਕੁਝ ਵੀ ਨਹੀਂ ਜਦੋਂ ਇਹ ਸਵਾਸਾਂ ਦਾ ਤੇਲ ਮੁੱਕ ਗਿਆ। ਮਹਾਰਾਜ ਕਹਿੰਦੇ ਮੰਦਰ ਸੁੰਨਾ ਪੈ ਜਾਵੇਗਾ ਦੀਵੇ ਦੇ ਬੁਝਿਆਂ, ਜੋਤ ਦੇ ਬੁਝਿਆਂ। ਆਖਣ ਲੱਗੇ, ਰੇ ਬੌਰੇ ਤੋਹੇ ਘਰੀ ਨਾ ਰਾਖੈ ਕੋਈ। ਜਦੋਂ ਤੇਲ ਮੁੱਕ ਗਿਆ, ਦੀਵਾ ਬੁਝ ਗਿਆ, ਲੋਕ ਕੀ ਕਰਦੇ ਨੇ? ਦੀਵਾਲੀ ਤੋਂ ਅਗਲੇ ਦਿਨ ਤੁਸੀਂ ਵੇਖੇ ਦੀਵੇ ਸੁੱਟ ਦਿੰਦੇ ਨੇ। ਹੁਣ ਬੁਝ ਗਏ, ਕਿਸੇ ਕਾਰੇ ਨਹੀਂ ਆਉਣ ਵਾਲੇ। ਮਹਾਰਾਜ ਕਹਿੰਦੇ ਜਿੰਨਾ ਚਿਰ ਪਰਮਾਤਮਾ ਦੀ ਅਗੰਮੀ ਜੋਤ ਤੇਰੇ ਵਿੱਚ ਹੈ, ਤੈਨੂੰ ਸਾਰੇ ਹੀ ਤੇਹ ਕਰਦੇ ਨੇ, ਪ੍ਰੇਮ ਕਰਦੇ ਨੇ। ਜੋਤ ਉਹਨੇ ਖਿੱਚ ਲਈ, ਤੇਲ ਗਿਆ ਮੁੱਕ, ਦੀਵਾ ਮਿੱਟੀ ਹੈ, ਨਾ ਘਰੋਂ ਬਾਹਰ ਸੁੱਟ ਦੇਣਾ ਹੈ। ਫਿਰ ਪਹਿਲ ਪਰਮਾਤਮਾ ਨੂੰ ਦੇਣੀ ਚਾਹੀਦੀ ਹੈ ਕਿ ਪਰਿਵਾਰ ਨੂੰ? ਜਿਸ ਕਰਕੇ ਪਰਿਵਾਰ ਹੈ, ਪਹਿਲ ਉਸ ਨੂੰ ਦੇਣੀ ਬਣਦੀ ਹੈ। ਕਹਿੰਦੇ ਬੌਰਿਆ ਕਮਲਿਆ ਬੰਦਿਆ, ਘੜੀ ਲਈ ਵੀ, ਰੰਚਕ ਮਾਤਰ ਸਮੇਂ ਲਈ ਵੀ ਇਹ ਤੈਨੂੰ ਰੱਖਣ ਲਈ ਤਿਆਰ ਨਹੀਂ। ਕਿਤੇ ਭੂਤ ਬਣ ਕੇ ਸਾਨੂੰ ਨਾ ਚੰਬੜ ਜਾਏ, ਇਹਨੂੰ ਮੜੀਆਂ 'ਚ ਦਫਾ ਕਰੋ, ਸੁੱਟੋ ਇਹਨੂੰ ਬਾਹਰ। ਸਭ ਸਾਥ ਛੱਡ ਦਿੰਦੇ ਨੇ। ਤੂੰ ਰਾਮ ਨਾਮ ਜਪ ਸੋਈ। ਇੱਕ ਅਕਾਲ ਪੁਰਖ ਦਾ ਨਾਮ ਹੀ ਨਿਭਣ ਵਾਲਾ ਹੈ, ਉਹੀ ਕਹਿੰਦੇ ਜਪਿਆ ਕਰ। ਕਹਿੰਦੇ ਕਾਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ। ਕਿਹੜੀ ਮਾਂ ਦੀ ਬਾਤ ਕਰਦਾ ਹੈ? ਮਰ ਗਿਆ, ਉਹ ਘਰ ਬੈਠੀ ਰਹਿ ਗਈ। ਕਹਿੰਦੇ ਕਿਸ ਪਿਤਾ ਦੀ ਗੱਲ ਕਰਦਾ ਹੈ? ਉਹ ਤੈਨੂੰ ਆਪ ਲੈ ਕੇ ਮੜੀਆਂ ਨੂੰ ਚੱਲਿਆ ਹੈ। ਕਵਨ ਪੁਰਖ ਕੀ ਜੋਈ, ਕਿਹੜੀ ਵਹੁਟੀ ਦੀ ਗੱਲ ਕਰਦਾ ਹੈ? ਨਾਲ ਥੋੜਾ ਮਰਨ ਲੱਗੀ ਹੈ, ਇਹਨੇ ਵੀ ਸਾਥ ਛੱਡ ਦੇਣਾ ਹੈ। ਕਹਿੰਦੇ ਘਟ ਫੂਟੇ ਕਉ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਜਦੋਂ ਸਰੀਰ ਰੂਪੀ ਭਾਂਡਾ ਗਿਆ ਭੱਜ, ਸਵਾਸਾਂ ਦਾ ਪਾਣੀ ਤਿੜਕੇ ਹੋਏ ਘੜੇ ਚੋਂ ਜਦੋਂ ਗਿਆ ਸਿਮ,
ਕਿਸੇ ਨੇ ਬਾਤ ਨਹੀਂ ਉਹ ਪੁੱਛਣੀ, ਇੱਥੇ ਕਾਢੋ ਕਾਢੋ ਹੋਣੀ ਹੈ ਵੀ ਇਹਨੂੰ ਗਲੋਂ ਲਾਹ ਦਿਓ, ਹੁਣ ਇਹਨੂੰ ਛੱਡ ਆਓ, ਮੜੀਆਂ ਦੇ ਵਿੱਚ ਇਸ ਨੂੰ ਲੈ ਜਾਓ, ਟੇਕ ਹਿਮ ਵੇ, ਇਹਨੂੰ ਦੂਰ ਲੈ ਜਾਓ ਇੱਥੋਂ। ਹੁਣ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਦੇਖ ਹੋਇਆ ਦੇਹੁਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ। ਮਾਂ ਰੋਂਦੀ ਰਹੀ ਘਰ ਬੈਠੀ। ਉਹ ਜਿਹੜਾ ਤੇਰਾ ਆਸਣ ਸੀ ਨਾ, ਜਿਹੜਾ ਮੰਜਾ ਸੀ ਤੇਰਾ, ਉਹ ਚੁੱਕ ਲਿਆ ਭਾਈਆਂ ਨੇ, 4 ਕੰਧੇ ਤੈਨੂੰ ਮਿਲ ਗਏ, ਲੈ ਗਏ ਨੇ ਮੜੀਆਂ ਦੇ ਵਿੱਚ। ਹੁਣ ਜਦੋਂ ਮੜੀਆਂ ਦੇ ਵਿੱਚ ਲੈ ਗਏ ਨਾ, ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਥੇ ਸਮਝਾਉਂਦੇ ਨੇ, ਦੇਖ ਸਿੱਖਾ, ਹੇ ਇਨਸਾਨ, ਮਾਂ ਰੋਂਦੀ ਰਹਿ ਗਈ, ਭਾਈ ਮੰਜੀ ਉਠਾ ਕੇ ਮੜੀਆਂ ਵਿੱਚ ਲੈ ਗਏ। ਹੁਣ ਉੱਥੇ ਜਾ ਕੇ ਲੱਟ ਛਟਕਾਏ, ਤਿਰਿਆ ਰੋਵੈ ਹੰਸ ਅਕੇਲਾ ਜਾਈ। ਤੇਰੀ ਜਿਹੜੀ ਘਰ ਵਾਲੀ ਹੈ ਨਾ, ਉਹ ਕੇਸ ਖਿਲਾਰ ਕੇ ਰੋਂਦੀ ਰਵੇਗੀ, ਪਰ ਹੁਣ ਹਾਸਲ ਕੁਝ ਨਹੀਂ ਹੋਵੇਗਾ। ਇੱਥੋਂ ਹੰਸ ਇਕੱਲਾ ਹੀ ਜਾਵੇਗਾ, ਮੜੀਆਂ ਤੋਂ ਅੱਗੇ ਸੂਖਸ਼ਮ ਸਰੀਰ ਇਕੱਲਾ ਹੀ ਜਾਵੇਗਾ, ਕੋਈ ਨਾਲ ਨਹੀਂ ਜਾਣ ਵਾਲਾ, ਕੋਈ ਸਾਥ ਨਹੀਂ ਜਾਣ ਵਾਲਾ। ਕਹਿਤ ਕਬੀਰ ਸੁਨੋ ਰੇ ਸੰਤੋ, ਭੈ ਸਾਗਰ ਕੈ ਤਾਈ। ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ। ਸੱਚਾਈ ਇਹ ਹੈ, ਜਿਨ੍ਹਾਂ ਨੂੰ ਆਪਣਾ ਸਮਝਦੇ ਹੋ ਉਹਨਾਂ ਸਾਥ ਛੱਡ ਜਾਣਾ ਹੈ। ਹੁਣ ਜਿਹੜੇ ਪਾਪ ਕਮਾਏ ਸੀ ਨਾ ਪਰਿਵਾਰ ਦੀ ਪਰਵਰਿਸ਼ ਕਰਨ ਲਈ, ਕਹਿੰਦੇ ਹੁਣ ਹੋਣਾ ਕੀ ਹੈ, ਬੰਦੇ ਸਿਰ ਜ਼ੁਲਮ ਹੋਤ ਹੈ। ਜ਼ੁਲਮ ਤੇਰੇ ਕੱਲੇ ਸਿਰ ਹੀ ਹੋਣਾ ਹੈ, ਡਾਂਗ ਤੈਨੂੰ ਕੱਲੇ ਨੂੰ ਹੀ ਫਿਰਨੀ ਹੈ। ਸੰਗੀ ਸਾਥੀ ਪਰਿਵਾਰ ਤੇ ਛੱਡ ਗਿਆ ਤੈਨੂੰ ਮੜੀਆਂ 'ਚ, ਇਹਦੇ ਅੱਗੇ ਸੂਖਸ਼ਮ ਸਰੀਰ ਨੂੰ ਸਜ਼ਾ ਆਪ ਹੀ ਭੋਗਣੀ ਪੈਣੀ ਹੈ। ਕੋਈ ਤੇਰੀ ਜਗ੍ਹਾ ਜੁੱਤੀਆਂ ਨਹੀਂ ਖਾਵੇਗਾ, ਡੰਡੇ ਨਹੀਂ ਖਾਵੇਗਾ, ਕਰਮ ਤੂੰ ਕੀਤਾ ਹੈ। ਸੋ ਅਕਾਲ ਪੁਰਖ ਦੇ ਗੀਤ ਗਾਓ, ਅਗਰ ਕਹਿੰਦੇ ਭਵਸਾਗਰ ਤੋਂ ਤਰਨਾ ਹੈ। ਦੀਨ ਦੁਨੀਆ ਦੇ ਮਾਲਕ ਅੱਗੇ ਸਮਝਾਉਂਦੇ ਨੇ। ਮਹਾਰਾਜ ਆਖਣ ਲੱਗੇ, ਜੀਵਤ ਲਓ ਬਿਉਹਾਰ ਹੈ, ਜਗ ਕਉ ਤੁਮ ਜਾਨੋ। ਅਸਲ ਦੇ ਵਿੱਚ ਜਗਤ ਨੂੰ ਇਸ ਤਰ੍ਹਾਂ ਸਮਝ ਵੀ ਜਿੰਨਾ ਚਿਰ ਤੂੰ ਜ਼ਿੰਦਾ ਹੈ ਇਹ ਕਾਰ ਵਿਵਹਾਰ ਚੱਲੇਗਾ, ਮਿਲਣ ਵਰਤਣ ਚੱਲੇਗਾ। ਜਦੋਂ ਮਰ ਗਿਆ ਫਿਰ ਕੌਣ ਤੇਰਾ ਤੇ ਕੌਣ ਮੇਰਾ ਹੈ। ਇੱਥੇ ਸਭ ਸਾਥ ਛੱਡਦੇ ਨੇ। Your worldly affairs exist only as long as you are alive। ਜਦੋਂ ਜ਼ਿੰਦਾ ਹੈ ਇਹ ਕਾਰ ਵਿਵਹਾਰ ਚੱਲਦੇ ਨੇ। ਮੌਤ ਆ ਗਈ, ਮਿੱਟੀ ਹੋ ਗਿਆ, ਸਭ ਮਿਟ ਜਾਵੇਗਾ, ਸਭ ਮਹਿਲ ਮਾੜੀਆਂ ਖਤਮ। ਕਹਿੰਦੇ ਜਿੰਨਾ ਚਿਰ ਜ਼ਿੰਦਾ ਹੈ, ਜੀਵਤ ਹੈ, ਜਿਉਂਦਾ ਹੈ, ਤੇਰੇ ਵਿੱਚ ਜੋਤ ਹੈ, ਉਹਨਾਂ ਚਿਰ ਪਾਤਸ਼ਾਹ ਕਹਿੰਦੇ ਕੰਮ ਕਾਜ ਨੇ, ਤੇਰੇ ਤਾਈਂ ਕਿਸੇ ਨੂੰ ਕੰਮ ਹੈ। ਦੁਨੀਆ ਨਹੀਂ ਰੁਕੇਗੀ ਜਦੋਂ ਤੇਰੇ ਸਾਹ ਰੁਕ ਗਏ। ਦੁਨੀਆ ਚੱਲਦੀ ਰਹਿਣੀ ਹੈ। ਕਦੇ ਕੋਈ ਪਰਿਵਾਰ ਰੁਕਦਾ ਵੇਖਿਆ ਜਦੋਂ ਪਰਿਵਾਰ ਦਾ ਆਗੂ ਚਲਿਆ ਜਾਂਦਾ? ਨਹੀਂ, ਬਾਪ ਗਿਆ ਤੇ ਬੱਚਿਆਂ ਨੇ ਕੰਮ ਉਠਾ ਲੈਣਾ ਹੈ। ਸੋ ਇਹ ਜਿਹੜਾ ਜੱਗ ਹੈ, ਜਿਹੜਾ ਸੰਸਾਰ ਹੈ, ਇਹਦੀ ਪਾਤਸ਼ਾਹ ਕਹਿੰਦੇ ਇਹੀ ਸੱਚਾਈ ਹੈ। ਜਿੰਨਾ ਚਿਰ ਤੂੰ ਜ਼ਿੰਦਾ ਹੈ ਠੀਕ ਹੈ, ਕਾਰ ਵਿਵਹਾਰ ਕਰਮ ਚੱਲਦੇ ਰਹਿਣੇ ਨੇ। ਜਦੋਂ ਤੂੰ ਮੋਇਆ, ਮਹਾਰਾਜ ਪਾਤਸ਼ਾਹ ਕਹਿੰਦੇ ਨੇ ਦੁਨੀਆ ਨਹੀਂ ਰੁਕੇਗੀ। ਅੱਗੇ ਸਾਹਿਬ ਆਖਣ ਲੱਗੇ, ਨਾਨਕ ਹਰ ਗੁਣ ਗਾਏ ਲੈ, ਸਭ ਸੁਫਨ ਸਮਾਨੋ। ਗੁਰੂ ਤੇਗ ਬਹਾਦਰ ਸਾਹਿਬ ਆਖਣ ਲੱਗੇ, ਦੇਖ ਹਰੀ ਦੇ ਗੁਣ ਗਾ ਲੈ ਮੌਤ ਆਉਣ ਤੋਂ ਪਹਿਲਾਂ, ਜੋ ਸਾਰਿਆਂ ਨੂੰ ਹਰਿਆ ਰੱਖਦਾ ਹੈ। ਹਰਿਆ ਕੌਣ ਹੈ? ਜੋ ਜਿਉਂਦਾ ਹੈ, ਚਾਹੇ ਵਨਸਪਤੀ ਹੈ, ਚਾਹੇ ਪਸ਼ੂ ਪੰਛੀ ਨੇ, ਤੁਸੀਂ ਹੋ। ਜਿੰਨਾ ਚਿਰ ਜੋਤ ਹੈ ਸਭ ਜਿਉਂਦੇ ਨੇ, ਸਵਾਸ ਖਿੱਚ ਲਵੇ ਸਭ ਮਿੱਟੀ ਨੇ। ਸੋ ਹਰਿਆ ਰੱਖਣ ਵਾਲਾ ਹਰੀ, ਦੁੱਖਾਂ ਨੂੰ ਹਰਨ ਵਾਲਾ ਹਰੀ, ਪਾਪ ਹਰਨ ਵਾਲਾ ਹਰੀ, ਰੋਗ ਹਰਨ ਵਾਲਾ ਹਰੀ, ਜੋ ਪਰਮੇਸ਼ਵਰ ਹੈ। ਇੱਥੇ ਕਿਸੇ ਦੇਵਤੇ ਨੂੰ ਹਰੀ ਨਾ ਸਮਝਿਓ, ਦੇਵਤੇ ਵੀ ਮਿਟਦੇ ਨੇ। ਜੋ ਸਦਾ ਹਰਿਆ ਭਰਿਆ ਹੈ ਪਰਮਾਤਮਾ।
ਕਹਿੰਦੇ ਉਹਦੀਆਂ ਖੂਬੀਆਂ ਗਾ। ਖੂਬੀਆਂ ਕੀ ਨੇ ਉਹਦੀਆਂ? ਤੁਹਾਡੇ ਤੇ ਉਹ ਕਰਮ ਕਰਦਾ ਹੈ, ਤੁਸੀਂ ਕਰੀਮ ਕਹਿੰਦੇ ਹੋ ਉਸ ਨੂੰ। ਉਹ ਰਹਿਮ ਕਰਦਾ ਹੈ, ਝੋਲੀਆਂ ਭਰਦਾ ਹੈ, ਦਿਆਲੂ ਕਹਿੰਦੇ ਹੋ, ਰਹੀਮ ਕਹਿੰਦੇ ਹੋ। ਉਹਦੀਆਂ ਇਹ ਸਿਫਤਾਂ ਗਾ, ਉਹਦੀ ਵਡਿਆਈ ਗਾਇਆ ਕਰ। ਕਿਉਂਕਿ ਜਿਸ ਸੰਸਾਰ ਦੀ ਤੂੰ ਵਡਿਆਈ ਗਾ ਰਿਹਾ ਹੈ ਉਹ ਸੁਪਨ ਦੇ ਸਮਾਨ ਹੈ, ਸੁਪਨਾ ਹੈ, ਸਦੀਵੀ ਰਹਿਣ ਵਾਲਾ ਨਹੀਂ ਹੈ। ਹਰੀ ਦੇ ਗੁਣ ਗਾ ਲੈ, ਜਗਤ ਦੇ ਗੁਣ ਗਾਉਣੇ ਛੱਡ ਦੇ, ਜਗਤ ਨੇ ਮਿੱਟੀ ਹੋ ਜਾਣਾ ਹੈ। ਸੋ ਇੱਥੇ ਜਗਤ ਨੂੰ ਪਾਤਸ਼ਾਹ ਨੇ ਸੁਪਨਾ ਕਿਹਾ ਹੈ। ਲਫ਼ਜ਼ ਵਰਤਿਆ ਹੈ ਮਹਾਰਾਜ ਨੇ ਸੁਫਨ। ਸੁਫਨ ਦਾ ਭਾਵ ਹੈ, ਦੇਖੋ ਕਹਿੰਦੇ ਇੱਕ ਅਵਸਥਾ ਹੈ ਜੋ ਤੁਸੀਂ ਜਾਗ ਰਹੇ ਹੋ। ਇੱਕ ਅਵਸਥਾ ਹੈ ਸੌਂ ਜਾਣਾ, ਜੋ ਜਾਗਣ ਅਤੇ ਘੋਰ ਨੀਂਦ ਦੇ ਮੱਧ ਵਿੱਚ ਅਵਸਥਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਸੁਪਨ। ਹੁਣ ਅਸੀਂ ਪੁਰਾਣੇ ਸੰਸਕਾਰਾਂ ਅਨੁਸਾਰ ਸੁਪਨੇ ਦੇਖਦੇ ਹਾਂ। ਇਸ ਗੱਲ ਦਾ ਖਿਆਲ ਰੱਖਿਓ, ਹੋਰਾਂ ਧਰਮਾਂ ਦੇ ਵਿੱਚ ਨਾ ਸੁਪਨੇ ਦੇ ਚੰਗੇ ਮੰਦੇ ਫਲ ਦੱਸੇ ਨੇ, ਪਰ ਸਿੱਖ ਧਰਮ ਦੇ ਵਿੱਚ ਸੁਪਨੇ ਦਾ ਕੋਈ ਚੰਗਾ ਮੰਦਾ ਫਲ ਨਹੀਂ ਹੈ। ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਮਹਾਰਾਜ ਕਹਿੰਦੇ ਮੂਰਖ ਨੇ ਜਿਹੜੇ ਸੁਪਨੇ ਵਿੱਚ ਚਿੱਤ ਲਾਉਂਦੇ ਨੇ, ਸੱਚ ਸਮਝਦੇ ਨੇ ਵੀ ਮੇਰੇ ਸੁਪਨੇ 'ਚ ਇਹ ਹੋਇਆ ਤੇ ਇਹ ਹੋ ਜਾਣਾ, ਇਹ ਹੋਇਆ ਤੇ ਉਹ ਹੋ ਜਾਣਾ। ਬਾਣੀ ਨਹੀਂ ਮੰਨਦੀ ਇਸ ਗੱਲ ਨੂੰ। ਹੁਣ ਜਾਗਦਿਆਂ ਵਾਂਗੂ ਨਾ ਅਸੀਂ ਕਈ ਵਾਰ ਸੁਪਨੇ ਵਿੱਚ ਕਰਮ ਕਰਦੇ ਹਾਂ। ਉਹ ਕੁਝ ਪਲ ਲਈ ਇਉਂ ਜਾਪਦਾ ਹੈ ਸਭ ਸੱਚ ਹੈ, ਪਰ ਜਦੋਂ ਉੱਠਦੇ ਹਾਂ ਨੀਂਦ ਖੁੱਲ੍ਹਦੀ ਹੈ ਹੱਥ ਕੁਝ ਵੀ ਨਹੀਂ ਆਉਂਦਾ। ਬਾਜੀਗਰ ਦੀ ਖੇਡ ਦੀ ਨਿਆਈ ਹੈ, ਸੱਚਾਈ ਕੁਝ ਵੀ ਨਹੀਂ ਹੁੰਦੀ। ਸੋ ਕਹਿੰਦੇ ਜਗਤ ਸੁਪਨੇ ਦੇ ਸਮਾਨ ਹੈ, ਬਰਾਬਰ ਹੈ, ਤੁੱਲ ਹੈ, ਜਿਹਾ ਹੈ। ਨਾ ਸੁਪਨਾ ਹੀ ਸੱਚ ਹੈ ਤੇ ਨਾ ਜਗਤ ਹੀ ਸੱਚ ਹੈ। ਚਾਹੇ ਤੂੰ ਰਾਜਾ ਹੈ, ਭਿਖਾਰੀ ਹੈ, ਕੈਸਾ ਵੀ ਤੇਰਾ ਜੀਵਨ ਹੈ, ਮਹਿਲਾਂ ਵਿੱਚ ਰਹਿਣਾ, ਕੁੱਲੀ ਵਿੱਚ ਰਹਿਣਾ, ਕੁੱਲੀ ਵੀ ਸੁਪਨਾ ਤੇ ਮਹਿਲ ਵੀ ਸੁਪਨਾ। ਭਾਈ ਨੰਦ ਲਾਲ ਦੀ ਇੱਕ ਗਜ਼ਲ ਹੈ ਮੌਤ ਦੇ ਸੰਦਰਭ ਵਿੱਚ, ਕਹਿੰਦੇ ਅਜ਼ ਗੁਜਸ਼ਤ ਨਹਾ ਚੇ ਮੇ ਪੁਰਸੀ ਦਰੀ ਦਹਰੇ ਖਰਾਬ ਬਾਦ ਸ਼ਾਹਾ ਖਾਹਦ ਗੁਜ਼ਸਤੋ। ਬਾਦਸ਼ਾਹਾ ਖਾਹਦ ਗੁਜ਼ਸਤੋ ਹਮ ਗਦਾ ਖਾਹਦ ਗੋ ਜਸ਼ਤ। ਭਾਈ ਨੰਦ ਲਾਲ ਕਹਿੰਦੇ ਨੇ ਦੇਖ, ਗੁਜ਼ਰ ਜਾਣ ਦੀ ਕੀ ਗੱਲ ਪੁੱਛਦਾ ਹੈ ਮੈਥੋਂ? ਉਮਰ ਦੇ ਗੁਜ਼ਰ ਜਾਣ ਦੀ ਕੀ ਕਹਾਣੀ ਪੁੱਛਦਾ ਹੈ ਮੈਥੋਂ? ਇਹ ਨਿਕੰਮਾ ਜਗਤ ਹੈ, ਚਾਹੇ ਬਾਦਸ਼ਾਹ ਹੈ ਚਾਹੇ ਭਿਖਾਰੀ ਹੈ। ਭਾਈ ਨੰਦ ਲਾਲ ਜੀ ਕਹਿੰਦੇ ਨੇ ਗੁਜ਼ਰਨਾ ਦੋਹਾਂ ਨੂੰ ਪਵੇਗਾ। ਨਾ ਬਾਦਸ਼ਾਹ ਦੀ ਤਾਕਤ ਅੱਗੇ ਹੀ ਮੌਤ ਝੁਕਦੀ ਹੈ ਤੇ ਨਾ ਕਿਸੇ ਗਰੀਬ ਦੇ ਮੰਗਤੇ ਦੇ ਤਰਲੇ ਅੱਗੇ ਹੀ ਮੌਤ ਰੁਕਦੀ ਹੈ। ਜਾਣਾ ਦੋਹਾਂ ਨੂੰ ਪੈਣਾ ਹੈ। ਰਾਣਾ ਰਾਓ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਦਾ ਹੈ। ਧੀਰ ਨਾ ਰਾਜਾ ਰਹਿੰਦਾ ਹੈ ਨਾ ਭਿਖਾਰੀ ਰਵੇਗਾ। ਨੀਦਰ ਦਾ ਕਿੰਗਸ ਨੋਰ ਦਾ ਨੋਬਲਸ ਵਿਲ ਰਿਮੇਨ। ਕੋਈ ਰਹਿਣ ਵਾਲਾ ਨਹੀਂ ਹੈ, ਨਾ ਰਾਜਾ ਨਾ ਭਿਖਾਰੀ ਨਾ ਸੰਤ ਨਾ ਸਾਕਤ। ਵਾਰੀ ਆ ਗਈ, ਕੋਈ ਨਾ ਬੰਦਾ ਧੀਰ, ਕੋਈ ਕਿਸੇ ਨੂੰ ਧੀਰਜ ਨਹੀਂ ਦੇ ਸਕਦਾ, ਸਭ ਨੂੰ ਦੁਨੀਆ ਤੋਂ ਜਾਣਾ ਪੈਂਦਾ ਹੈ। ਸੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸਾਨੂੰ ਸਮਝਾਉਂਦੇ ਨੇ, ਅਕਾਲ ਪੁਰਖ ਦੇ ਗੀਤ ਗਾ ਲੈ, ਜਗਤ ਸੁਪਨਾ ਹੈ ਇਹ ਮਿਟ ਜਾਵੇਗਾ, ਇਹ ਸਦੀਵੀ ਰਹਿਣ ਵਾਲਾ ਨਹੀਂ ਹੈ। ਇਹ ਜੋ ਕੁਝ ਦੇਖਦੇ ਹੋ ਸੁਪਨੇ ਦੀ ਨਿਆਈ ਖਤਮ ਹੋਵੇਗਾ, ਸਭ ਦਾ ਖੁਰਾ ਖੋਜ ਮਿਟੇਗਾ। ਦੁਨੀਆ ਜਾ ਰਹੀ ਹੈ, ਸਾਨੂੰ ਵੀ ਜਾਣਾ ਪਵੇਗਾ। ਰਫਤ ਗਾਂ ਮੇਂ ਜਹਾਂ ਕੇ ਹਮ ਵੀ ਹੈਂ। ਸ਼ਾਇਰ ਕਹਿੰਦਾ ਹੈ ਨਾ, ਸਾਥ ਉਸ कारवां के हम भी हैं।
देखो ये जा रहे ने सारे, आपां नूं भी नाल जाना पैना है। मौत सारियां दी लिखी हुई है और जन्म तो पहला लिखी हुई है। मरण लिखाए मंडल में आए, तैनूं श्वास मिले ने, इन्ने मिले ने, लिखे हुए ने, इन्ने ही भोगेगा, वध नहीं। एक शायर कहता है, तसव्वुर में ना जाने खातबे तकदीर क्या था, मेरा अंजाम लिखा है मेरे आगाज से पहले। हुण तकदीर विच की है, की होवेगा की नहीं, ये तो बाद दीयां गल्लां ने, पर एक गल पक्की है, तू आया है, मौत तेरी पहलां लिखी हुई है। बाणी कहंदी, पेखत लीला रंग रूप चलने दिन आया, सुपने का सुपना भया संग चलिया कमाया। लीला वेखदियां, रंग तमाशे वेखदियां मौत सिर ते आ गई। अखीर जदों मौत दा डंडा सिर विच वज्जा, समझ आई जिवें रात दा सुपना सच नहीं सी जो अखां मीट के वेखिया सी, ये दुनिया खुली अख दा सुपना है, सच ये भी नहीं। पर ये समझ उस दिन पैंदी है, कहो कबीर तब ही नर जागै, जम का डंड मूंड मह लागै। जदों जमां दे डंडे नाल सुपना ये खुलदा है, खुली अख नाल जो वेखिया सी, समझ आ जाती है कुछ भी सच नहीं है। जैसा सुपना रैन का तैसा संसार, दृष्टमान सब बिनसिय क्या लग है गावार। कहाँ सो भाई मीत है देख नैन पसार, एक चाले एक चल सह सब अपनी वार। जिन पूरा सतगुर सेविया से अस्थिर हर द्वार, जन नानक हर का दास है रख पैज मुरार। दुनिया सुपना है मिटेगी, नाम करके जिंदा गुरमुख रहिंदे ने जिहड़े रब दे गीत गाउण वाले भगत ने। जिंदा रहना चाहना है, रब दे गीत गा, मंदे कर्म करेगा शरीर भी मिटेगा, नाम भी मिटेगा। सो महाराज कहंदे अकाल पुरख दी शरण आओ, दे गीत गाओ, जीवन सफला हो जावे। ऐसा वैराग दा उपदेश गुरु तेग बहादुर साहब ने बख्शिया है। बेअंत त्रुटियां रह जांदियां ने अगम्मी बाणी दी विचार करदियां। ये जितने भी दिन आप संगत दे चरण धूड़ी नूं चखिया है, चरण आप दे स्पर्श कीते ने, कदम बोसी कीती है, विचार करदियां बेअंत त्रुटियां रह गईयां होणगियां। संगत ने खिमा करनी, खंडे दी पौल छको, गुरु वाले बनो। दिल्ली सिख गुरुद्वारा प्रबंधक कमेटी दा, धर्म प्रचार कमेटी दा धन्नवाद है जी, बेअंत सेवावां निभा रहे ने। नाल श्री गुरु हरकृष्ण पातशाह जी दे पाक स्थान ते हैड वजीर ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਵੀ ਧੰਨਵਾਦ ਹੈ। ਦਿੱਲੀ ਦੇ ਧਾਰਮਿਕ ਸਥਾਨਾਂ ਦੀ ਸੇਵਾ ਕਰਵਾ ਰਹੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ, ਸਾਰਿਆਂ ਸਤਿਪੁਰਸ਼ਾਂ ਦਾ ਵੀ ਧੰਨਵਾਦ ਹੈ। ਵੱਧ ਚੜ੍ਹ ਕੇ ਸੇਵਾਵਾਂ ਵਿੱਚ ਆਪ ਸੰਗਤਾਂ ਹਿੱਸਾ ਪਾਇਆ ਕਰੋ। ਮਹਾਰਾਜ ਸਭਨਾਂ ਦਾ ਜੀਵਨ ਸਫਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।